ਸਤਿ ਸ਼੍ਰੀ ਅਕਾਲ ਜੀ। ਪੰਜਾਬ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਤੀ ਗੁਪਤਾ ਨਿੱਘਾ ਸਵਾਗਤ ਕਰਦੀ ਹਾਂ। ਸੋ ਖਬਰਾਂ ਸ਼ੁਰੂਆਤ ਕਰਾਂਗੇ, ਪਰ ਉਸ ਤੋਂ ਪਹਿਲਾਂ ਇੱਕ ਨਜ਼ਰ ਮਾਰਾਂਗੇ ਅਹਿਮ ਸੁਰਖੀਆਂ ਤੇ। ਨੇਪਾਲ ਤੋਂ ਬਾਅਦ ਸਿਆਸੀ ਸੰਕਟ ਵਿੱਚ ਯੂਕੇ ਪ੍ਰਧਾਨ ਮੰਤਰੀ ਸਟਾਰਮਰ ਦੇ ਵੱਡੇ ਫੈਸਲੇ ਨਾਲ ਮਚੀ ਤਰਤਲੀ। ਅਮਰੀਕਾ ਵਿੱਚ ਬ੍ਰਿਟਿਸ਼ ਰਾਜਦੂਤ ਨੂੰ ਹਟਾਇਆ ਅਹੁਦੇ ਤੋਂ। ਬ੍ਰਾਜ਼ੀਲ ਦੀ ਸੁਪਰੀਮ ਕੋਰਟ ਨੇ ਟਰੰਪ ਦੀਆਂ ਧਮਕੀਆਂ ਨੂੰ ਠੁਕਰਾਇਆ। ਸਾਬਕਾ ਰਾਸ਼ਟਰਪਤੀ ਨੂੰ 27 ਸਾਲ ਦੀ ਕੈਦ, ਤਖਤਾ ਪਲਟਣ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਸੁਣਾਈ ਗਈ ਸਜ਼ਾ। AI ਵੀਡੀਓ ਨੂੰ ਲੈ ਕੇ ਬਿਹਾਰ ਵਿੱਚ ਹੰਗਾਮਾ। ਹੁਣ PM ਮੋਦੀ ਅਤੇ ਉਹਨਾਂ ਦੀ ਮਾਂ ਦਾ AI ਵੀਡੀਓ ਜਾਰੀ। ਭਾਜਪਾ ਨੇ ਕਿਹਾ ਕਾਂਗਰਸ ਨੇ ਸਾਰੀਆਂ ਹੱਦਾਂ ਕੀਤੀਆਂ ਪਾਰ। ਭਲਕੇ ਮਿਜ਼ੋਰਮ ਜਾਣ ਕੇ ਪ੍ਰਧਾਨ ਮੰਤਰੀ ਮੋਦੀ ਬੈਰਾਗੀ ਸਾਇਰੰਗ ਰੇਲਵੇ ਲਾਈਨ ਦਾ ਕਰਨਗੇ ਉਦਘਾਟਨ। PM ਮੋਦੀ ਦਾ ਉੱਤਰ ਪੂਰਬੀ ਦਾ ਇਹ ਦੂਸਰਾ ਦੌਰਾ। ਹੁਣ ਖਬਰਾਂ ਵਿਸਥਾਰ ਦੇ ਨਾਲ। ਇੱਕ ਪਾਸੇ ਜਿੱਥੇ ਨੇਪਾਲ ਤੇ ਫਰਾਂਸ ਵਿੱਚ ਸਰਕਾਰਾਂ ਖਿਲਾਫ ਲੋਕ ਸੜਕਾਂ ਤੇ ਉਤਰੇ ਹੋਏ ਨੇ, ਉੱਥੇ ਹੀ ਹੁਣ ਬ੍ਰਿਟੇਨ ਤੋਂ ਬਹੁਤ ਹੀ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੋਂ ਦੇ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨੇ ਅਮਰੀਕਾ ਦੇ ਵਿੱਚ ਬ੍ਰਿਟਿਸ਼ ਰਾਜਦੂਤ ਪੀਟਰ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਦਰਅਸਲ ਇਹ ਫੈਸਲਾ ਜੈਫਰੀ ਐਪਸਟਾਈਨ ਨਾਲ ਉਸਦੇ ਪੁਰਾਣੇ ਸਬੰਧਾਂ ਬਾਰੇ ਸਾਹਮਣੇ ਆਈਆਂ ਨਵੀਆਂ ਈਮੇਲਸ ਬਾਅਦ ਲਿਆ ਗਿਆ। ਰਿਪੋਰਟਸ ਮੁਤਾਬਕ ਲੀਕ ਹੋਈਆਂ ਈਮੇਲਸ ਵਿੱਚ ਪੀਟਰ ਨੇ ਐਪਸਟਾਈਨ ਨੂੰ ਮੇਰਾ ਸਭ ਤੋਂ ਵਧੀਆ ਦੋਸਤ ਕਹਿ ਕੇ ਸੰਬੋਧਨ ਕੀਤਾ ਸੀ। ਇਨ੍ਹਾਂ ਮੈਸੇਜ ਵਿੱਚ ਉਹਨਾਂ ਨੇ ਐਪਸਟਾਈਨ ਦੀ ਪਹਿਲੀ ਸਜ਼ਾ ਨੂੰ ਨਾਜਾਇਜ਼ ਦੱਸਦਿਆਂ ਉਸ ਦੀ ਰੱਖਿਆ ਕਰਨ ਦੀ ਗੱਲ ਵੀ ਕੀਤੀ ਸੀ। ਇਹ ਖੁਲਾਸੇ ਸਾਹਮਣੇ ਆਉਣ ਦੇ ਮਗਰੋਂ ਸਰਕਾਰ ਤੇ ਭਾਰੀ ਦਬਾਅ ਪੈ ਗਿਆ ਸੀ, ਜਿਸ ਕਾਰਨ ਪ੍ਰਧਾਨ ਮੰਤਰੀ ਸਟਾਰਮਰ ਨੂੰ ਇਹ ਕਦਮ ਚੁੱਕਣਾ ਪਿਆ। ਇਸ ਮਾਮਲੇ ਬਾਰੇ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਹੈ ਕਿ ਪੀਟਰ ਦੀ ਨਿਯੁਕਤੀ ਉਸ ਸਮੇਂ ਦੀ ਉਪਲਬਧ ਜਾਣਕਾਰੀ ਦੇ ਆਧਾਰ ਤੇ ਕੀਤੀ ਗਈ ਸੀ, ਪਰ ਨਵੇਂ ਤੱਥਾਂ ਨੇ ਉਸ ਦੀ ਯੋਗਤਾ ਅਤੇ ਇਮਾਨਦਾਰੀ ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਨੇ। ਪੀਟਰ ਨੇ ਵੀ ਸਵੀਕਾਰਿਆ ਹੈ ਕਿ ਐਪਸਟਾਈਨ ਨਾਲ ਉਹਨਾਂ ਦੇ ਸਬੰਧ ਗਲਤੀ ਸਾਬਤ ਹੋਏ ਨੇ ਅਤੇ ਉਹਨਾਂ ਨੂੰ ਬਹੁਤ ਦੇਰ ਤੱਕ ਜਾਰੀ ਰੱਖਣ ਤੇ ਉਸ ਨੂੰ ਪਛਤਾਵਾ ਹੈ। ਇਸ ਮਾਮਲੇ ਨੇ ਬ੍ਰਿਟਿਸ਼ ਰਾਜਨੀਤੀ ਦੇ ਵਿੱਚ ਵੱਡੀ ਸਿਆਸੀ ਹਲਚਲ ਮਚਾ ਦਿੱਤੀ ਹੈ। ਵਿਰੋਧੀ ਧਿਰ ਨੇ ਕਿਹਾ ਹੈ ਕਿ ਇਹ ਘਟਨਾ ਨਾ ਸਿਰਫ ਪੀਟਰ ਬਲਕਿ ਸਟਾਰਮਰ ਸਰਕਾਰ ਦੇ ਫੈਸਲੇ ਕਰਨ ਦੇ ਢੰਗ ਤੇ ਵੀ ਸਵਾਲ ਖੜੇ ਕਰਦੀ ਹੈ। ਹੁਣ ਵੇਖਣਾ ਹੋਵੇਗਾ ਕਿ ਬ੍ਰਿਟੇਨ ਅਤੇ ਅਮਰੀਕਾ ਵਿਚਾਲੇ ਰਾਜਨੀਤਿਕ ਸਬੰਧਾਂ ਤੇ ਇਸ ਦਾ ਕੀ ਅਸਰ ਪੈਂਦਾ ਹੈ। ਬ੍ਰਾਜ਼ੀਲ ਦੀ ਸੁਪਰੀਮ ਕੋਰਟ ਨੇ ਇੱਕ ਇਤਿਹਾਸਕ ਫੈਸਲੇ ਵਿੱਚ ਸਾਬਕਾ ਰਾਸ਼ਟਰਪਤੀ ਨੂੰ ਤਖਤਾ ਪਲਟਣ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ 27 ਸਾਲ ਅਤੇ 3 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਹ ਫੈਸਲਾ ਅਮਰੀਕੀ ਰਾਸ਼ਟਰਪਤੀ ਟਰੰਪ ਦੁਆਰਾ ਲਗਾਏ ਗਏ ਆਰਥਿਕ ਦਬਾਅ ਅਤੇ ਧਮਕੀਆਂ ਦੇ ਬਾਵਜੂਦ ਲਿਆ ਗਿਆ, ਜਿਨ੍ਹਾਂ ਨੂੰ ਬ੍ਰਾਜ਼ੀਲ ਦੀ ਨਿਆਂਪਾਲਿਕਾ ਨੇ ਪੂਰੀ ਤਰ੍ਹਾਂ ਦੇ ਨਾਲ ਨਜ਼ਰਅੰਦਾਜ਼ ਕਰ ਦਿੱਤਾ। ਦਰਅਸਲ ਬੋਲਸੋਨਾਰੋ ਤੇ ਸੰਗਠਿਤ ਅਪਰਾਧ ਲੋਕਤੰਤਰੀ ਸ਼ਾਸਨ ਨੂੰ ਹਿੰਸਕ ਢੰਗ ਦੇ ਨਾਲ ਉਖਾੜਨ ਦੀ ਕੋਸ਼ਿਸ਼ ਅਤੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਸਮੇਤ ਕਈ ਦੋਸ਼ ਲਗਾਏ ਗਏ ਸਨ। ਇਸਤਗਾਸਾ ਪੱਖ ਦੇ ਅਨੁਸਾਰ ਬੋਲਸੋਨਾਰੋ ਨੇ 2022 ਦੀਆਂ ਚੋਣਾਂ ਦੇ ਵਿੱਚ ਹਾਰਨ ਤੋਂ ਬਾਅਦ ਸੱਤਾ ਦੇ ਵਿੱਚ ਬਣੇ ਰਹਿਣ ਦੀ ਸਾਜ਼ਿਸ਼ ਰਚੀ ਸੀ। ਇਸ ਸਾਜ਼ਿਸ਼ ਵਿੱਚ 8 ਜਨਵਰੀ 2023 ਨੂੰ ਉਸ ਦੇ ਸਮਰਥਕਾਂ ਦੁਆਰਾ ਸੁਪਰੀਮ ਕੋਰਟ, ਰਾਸ਼ਟਰਪਤੀ ਭਵਨ ਅਤੇ ਸੰਸਦ ਤੇ ਕੀਤਾ ਗਿਆ ਹਮਲਾ ਸ਼ਾਮਲ ਸੀ। ਸੁਪਰੀਮ ਕੋਰਟ ਦੇ 5 ਜੱਜਾਂ ਵਿੱਚੋਂ 4 ਨੇ ਬੋਲਸੋਨਾਰੋ ਨੂੰ ਸਾਰੇ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ। ਇਹ ਪਹਿਲੀ ਵਾਰ ਹੈ ਕਿ ਬ੍ਰਾਜ਼ੀਲ ਵਿੱਚ ਕਿਸੇ ਸਾਬਕਾ ਰਾਸ਼ਟਰਪਤੀ ਨੂੰ ਲੋਕਤੰਤਰ ਤੇ ਹਮਲੇ ਦਾ ਦੋਸ਼ੀ ਠਹਿਰਾਇਆ ਗਿਆ। ਬੋਲਸੋਨਾਰੋ ਦੇ ਕਰੀਬੀ ਸਹਿਯੋਗੀ ਟਰੰਪ ਨੇ ਇਸ ਮੁਕੱਦਮੇ ਨੂੰ ਡੈਣ ਸ਼ਿਕਾਰ ਕਿਹਾ ਅਤੇ ਬ੍ਰਾਜ਼ੀਲ ਤੇ ਆਰਥਿਕ ਪਾਬੰਦੀਆਂ ਤੇ ਟੈਰਿਫ ਲਗਾਉਣ ਦੀ ਧਮਕੀ ਦਿੱਤੀ। ਉਹਨਾਂ ਨੇ ਜੱਜਾਂ ਤੇ ਪਾਬੰਦੀਆਂ ਲਗਾਉਣ ਅਤੇ ਉਹਨਾਂ ਦੇ ਵੀਜ਼ੇ ਰੱਦ ਕਰਨ ਦੀ ਵੀ ਕੋਸ਼ਿਸ਼ ਕੀਤੀ, ਪਰ ਬ੍ਰਾਜ਼ੀਲ ਦੀ ਸੁਪਰੀਮ ਕੋਰਟ ਨੇ ਇਹਨਾਂ ਧਮਕੀਆਂ ਨੂੰ ਪੂਰੀ ਤਰ੍ਹਾਂ ਅਣਡਿੱਠ ਕਰ ਦਿੱਤਾ ਅਤੇ ਕਿਹਾ ਕਿ ਉਹ ਕਿਸੇ ਵੀ ਵਿਦੇਸ਼ੀ ਦਬਾਅ ਨੂੰ ਸਵੀਕਾਰ ਨਹੀਂ ਕਰਨਗੇ। ਇਸ ਸਮੇਂ 70 ਸਾਲਾ ਬੋਲਸੋਨਾਰੋ ਘਰ ਵਿੱਚ ਨਜ਼ਰਬੰਦ ਨੇ ਅਤੇ ਇੱਕ ਇਲੈਕਟ੍ਰੋਨਿਕ ਗਿੱਟੇ ਦਾ ਮੋਨੀਟਰ ਪਹਿਨਿਆ ਹੋਇਆ ਹੈ। ਹਾਲਾਂਕਿ ਉਹਨਾਂ ਦੇ ਸਮਰਥਕ ਰਾਜਨੀਤਿਕ ਤੌਰ ਤੇ ਸਰਗਰਮ ਨੇ ਅਤੇ ਉਹਨਾਂ ਨੂੰ ਮੁਆਫੀ ਦਿਵਾਉਣ ਦੇ ਲਈ ਇੱਕ ਕਾਨੂੰਨ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। 2026 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਵੀ ਉਹਨਾਂ ਦਾ ਪ੍ਰਭਾਵ ਬਣਿਆ ਰਹੇਗਾ। ਬਿਹਾਰ ਦੇ ਵਿੱਚ ਵੋਟ ਅਧਿਕਾਰ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਬਦਸਲੂਕੀ ਕੀਤੇ ਜਾਣ ਦੇ ਵਿਵਾਦ ਦੇ ਵਿਚਕਾਰ ਕਾਂਗਰਸ ਨੇ ਸੋਸ਼ਲ ਮੀਡੀਆ ਪਲੇਟਫਾਰਮ X ਤੇ ਇੱਕ AI ਦੁਆਰਾ ਤਿਆਰ ਕੀਤਾ ਗਿਆ ਵੀਡੀਓ ਪੋਸਟ ਕੀਤਾ, ਜਿਸ ਨੇ ਰਾਜਨੀਤਿਕ ਮਾਹੌਲ ਨੂੰ ਹੋਰ ਗਰਮਾ ਦਿੱਤਾ ਹੈ। ਭਾਜਪਾ ਨੇ ਇਸ ਵੀਡੀਓ ਤੇ ਪ੍ਰਤੀਕਿਰਿਆ ਦਿੱਤੀ ਹੈ। ਬਿਹਾਰ ਕਾਂਗਰਸ ਵੱਲੋਂ ਪੋਸਟ ਕੀਤੀ ਗਈ AI ਦੁਆਰਾ ਤਿਆਰ ਕੀਤੇ ਗਏ ਵੀਡੀਓ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਉਹਨਾਂ ਦੀ ਸਵਰਗੀ ਮਾਂ ਵਰਗੀ ਇੱਕ ਔਰਤ ਵਿਖਾਈ ਦੇ ਰਹੀ ਹੈ। ਭਾਜਪਾ ਨੇਤਾ RP ਸਿੰਘ ਨੇ ਇਸ ਵੀਡੀਓ ਤੇ ਸਖਤ ਇਤਰਾਜ਼ ਜਤਾਇਆ। ਉਹਨੇ ਕਿਹਾ ਕਿ ਕਾਂਗਰਸ ਬਿਹਾਰ ਦੇ ਸੱਭਿਆਚਾਰ ਅਤੇ ਕਦਰਾਂ ਕੀਮਤਾਂ ਤੋਂ ਭਟਕ ਗਈ ਹੈ। ਇਹ ਅਰਾਜਕਤਾਵਾਦੀ ਮਾਨਸਿਕਤਾ ਦਾ ਪ੍ਰਤੀਕ ਹੈ, ਜਿਸ ਨੂੰ ਭਾਰਤੀ ਸੱਭਿਆਚਾਰ ਅਤੇ ਸਮਾਜ ਕਦੇ ਵੀ ਸਵੀਕਾਰ ਨਹੀਂ ਕਰੇਗਾ। ਜਨਤਾ ਇਸ ਦਾ ਜਵਾਬ ਦੇਵੇਗੀ ਅਤੇ ਕਾਂਗਰਸ ਨੂੰ ਸਬਕ ਸਿਖਾਏਗੀ। देखिए, कांग्रेस ने बेशर्मी की सब हदें पार कर दी हैं।
राजनीति में एक नए प्रकार का लो आ गया है, एक नए प्रकार का घटियापन ले आए हैं। देश के स्वर्गीय माता जी को बिहार की राजनीति में घसीटना दिखता है कि उनके पास मुद्दे नहीं बचे, मुद्दाहीन कांग्रेस है। अब ये गांधी जी वाली कांग्रेस नहीं रही, ये अब गाली वाली कांग्रेस हो गई है। अफसोस ये है कि आपको चुनाव लड़ना है, आपको राजनीति करनी है, तो हम मुद्दों पर बात करने को तैयार है। प्रधानमंत्री ने लगभग 40 लाख लोगों को वहां पे मकान दिया है, वहां पे सड़कों का नया जाल बिछा है, वहां पे पर कैपिटा इनकम बढ़ी है, इस पर सब मुद्दों पे बात करें। परंतु अफसोस है कि वे देश की राजनीति के अंदर एक नए प्रकार का लो लेकर आ रहे हैं, एक नया प्रकार का घटियापन स्थापित कर रहे हैं। कभी उनकी माता जी को लेकर कभी कोई अपशब्द बोलेगा तो पता लगेगा कि किस प्रकार से एहसास होता है। असल में क्या है कि बेशर्मी इस बात की है कि वो इसको बुरा भी नहीं मान रहे, इस पे कहीं अफसोस भी जाहिर नहीं कर रहे कि हमसे गलती हो गई, परंतु बिहार की जनता ठीक समय पे आने पर इनको मकुल जवाब देगी। ਸੋ ਬਿਹਾਰ ਦੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਜਨੀਤੀ ਦਾ ਡਿੱਗਦਾ ਪੱਧਰ ਕਈ ਸਵਾਲ ਖੜੇ ਕਰ ਰਿਹਾ ਹੈ। ਵਿਰੋਧੀ ਧਿਰ ਦੀ ਵੋਟਰ ਅਧਿਕਾਰ ਯਾਤਰਾ ਦੌਰਾਨ ਇੰਡੀਆ ਅਲਾਈਅੰਸ ਦੇ ਪਲੇਟਫਾਰਮ ਤੋਂ ਪ੍ਰਧਾਨ ਮੰਤਰੀ ਮੋਦੀ ਦੀ ਸਵਰਗੀ ਮਾਂ ਨਾਲ ਬਦਸਲੂਕੀ ਦਾ ਵਿਵਾਦ ਅਜੇ ਸ਼ਾਂਤ ਨਹੀਂ ਹੋਇਆ ਸੀ। ਕਾਂਗਰਸ ਨੇ ਸੋਸ਼ਲ ਮੀਡੀਆ ਤੇ AI ਜਨਰੇਟਿਡ ਵੀਡੀਓ ਪੋਸਟ ਕਰਕੇ ਇੱਕ ਨਵਾਂ ਹੰਗਾਮਾ ਖੜਾ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਸ਼ਨੀਵਾਰ ਨੂੰ ਮਿਜ਼ੋਰਮ ਦਾ ਦੌਰਾ ਕਰਨਗੇ ਅਤੇ ਬੇਰਾਬੀ ਸਾਇਰੰਗ ਰੋਡਗੇਜ ਰੇਲਵੇ ਲਾਈਨ ਦਾ ਉਦਘਾਟਨ ਵੀ ਕਰਨਗੇ। ਉਹ ਆਈਜ਼ੋਲ ਅਤੇ ਦਿੱਲੀ ਵਿਚਕਾਰ ਪਹਿਲੀ ਰਾਜਧਾਨੀ ਐਕਸਪ੍ਰੈਸ ਅਤੇ ਹੋਰ ਨਵੀਆਂ ਰੇਲ ਗੱਡੀਆਂ ਨੂੰ ਵੀ ਹਰੀ ਝੰਡੀ ਵਿਖਾਉਣਗੇ। ਸੋ ਇਸ ਗੱਲ ਦੀ ਜਾਣਕਾਰੀ ਇੱਕ ਅਧਿਕਾਰੀ ਵੱਲੋਂ ਦਿੱਤੀ ਗਈ ਹੈ। 2014 ਦੇ ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ PM ਮੋਦੀ ਦਾ ਉੱਤਰ ਪੂਰਬੀ ਰਾਜ ਦਾ ਇਹ ਦੂਸਰਾ ਦੌਰਾ ਹੋਏਗਾ। ਮਿਜ਼ੋਰਮ ਦੇ ਗਵਰਨਰ ਜਨਰਲ ਵਿਜੇ ਕੁਮਾਰ ਸਿੰਘ ਮੁਤਾਬਿਕ ਪ੍ਰਧਾਨ ਮੰਤਰੀ ਮੋਦੀ ਨੇ 11 ਸਾਲ ਪਹਿਲਾਂ ਕਿਹਾ ਸੀ ਕਿ ਅਸਲ ਵਿਕਾਸ ਉਦੋਂ ਹੋਏਗਾ ਜਦੋਂ ਬੁਨਿਆਦੀ ਢਾਂਚਾ ਦੇਸ਼ ਦੇ ਦੂਰ ਦੁਰਾਡੇ ਕੋਨਿਆਂ ਤੱਕ ਪਹੁੰਚੇਗਾ, ਭਾਵੇਂ ਉਹ ਸਰਹੱਦੀ ਖੇਤਰ ਹੋਣ, ਦੂਰ ਦੁਰਾਡੇ ਰਾਜ ਹੋਣ। ਅਤੇ ਉਹਨਾਂ ਦਾ ਇੱਕ ਦ੍ਰਿਸ਼ਟੀਕੋਣ ਇਹ ਸੀ ਕਿ ਕਿਸੇ ਰਾਜ ਦੀ ਹਰੇਕ ਰਾਜਧਾਨੀ ਨੂੰ ਰੇਲ ਰਾਹੀਂ ਕਿਵੇਂ ਜੋੜਿਆ ਜਾਵੇ। Actual development will take place when the infrastructure reaches the far corners of the country. Whether they are border areas, there are states which are far away, and one of his visions was how to connect each and every capital of a state by train. Northeast was not well connected. Today, we can say that after the inauguration of railway line up to Aizawl tomorrow, that it is actually connected. Because train is considered as a people's transportation. Road is not considered as a people's transportation. Air travel is not considered as people's transportation. But all three was the vision of the Prime Minister. And one more thing, his energy gets transmitted into whosoever is working. So, the train has come up to Aizawl. Now, I'm sure the railways are also geared up to take it 223 kilometers further right up to the Myanmar border so that we can make use of the Kaladan project. ਤੁਹਾਨੂੰ ਦੱਸ ਦਈਏ ਕਿ PM ਮੋਦੀ ਨੇ ਦਸੰਬਰ 2017 ਵਿੱਚ ਮਿਜ਼ੋਰਮ ਦਾ ਦੌਰਾ ਕੀਤਾ ਸੀ ਅਤੇ ਅਸਾਮ ਸਰਹੱਦ ਦੇ ਨੇੜੇ ਉੱਤਰੀ ਮਿਜ਼ੋਰਮ ਦੇ ਕੋਲਾਸਿਬ ਜ਼ਿਲ੍ਹੇ ਦੇ ਸੈਪੂਮ ਪਿੰਡ ਦੇ ਨੇੜੇ ਹਾਈਡਰੋ ਇਲੈਕਟ੍ਰੀਕਲ ਪ੍ਰੋਜੈਕਟ ਦਾ ਉਦਘਾਟਨ ਕੀਤਾ ਸੀ। ਦਰਅਸਲ ਪ੍ਰਧਾਨ ਮੰਤਰੀ ਮੋਦੀ ਦੇ ਸ਼ਨੀਵਾਰ ਸਵੇਰੇ 9 ਵਜੇ ਲੇਂਗਪੁਈ ਹਵਾਈ ਅੱਡੇ ਤੇ ਪਹੁੰਚਣ ਦੀ ਉਮੀਦ ਹੈ ਅਤੇ ਫਿਰ ਹੈਲੀਕਾਪਟਰ ਦੇ ਰਾਹੀਂ ਆਈਜ਼ੋਲ ਥੁਆਮਪੂਈ ਹੈਲੀਪੈਡ ਲਈ ਉਡਾਨ ਭਰਨਗੇ। ਆਈਜ਼ੋਲ ਦੇ ਲਾਮੂਅਲ ਵਿਖੇ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਵੀ ਕਰਨਗੇ। ਇਸ ਦੌਰਾਨ ਉਹ ਬੈਰਾਗੀ ਸਾਇਰੰਗ ਰੇਲਵੇ ਲਾਈਨ ਦਾ ਉਦਘਾਟਨ ਵੀ ਕਰਨਗੇ। ਨਾਲ ਹੀ ਆਈਜ਼ੋਲ ਅਤੇ ਦਿੱਲੀ ਵਿਚਕਾਰ ਰਾਜਧਾਨੀ ਰੇਲ ਸੇਵਾ ਅਤੇ ਆਈਜ਼ੋਲ ਕੋਲਕਾਤਾ ਅਤੇ ਆਈਜ਼ੋਲ ਗੁਵਾਹਾਟੀ ਵਿਚਕਾਰ 2 ਹੋਰ ਨਵੀਆਂ ਰੇਲ ਗੱਡੀਆਂ ਨੂੰ ਹਰੀ ਝੰਡੀ ਵਿਖਾਉਣਗੇ। ਜਿੱਥੇ ਕਿ ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ ਤੇ 17 ਸਤੰਬਰ ਨੂੰ ਦਿੱਲੀ ਸਰਕਾਰ ਦੇ ਵੱਲੋਂ 101 ਆਯੁਸ਼ਮਾਨ ਮੰਦਰ ਕੇਂਦਰਾਂ ਅਤੇ 5 ਹਸਪਤਾਲਾਂ ਦੇ ਨਵੇਂ ਬਣੇ ਬਲਾਕਾਂ ਸਮੇਤ ਕਈ ਨਵੀਆਂ ਸਿਹਤ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ ਜਾਏਗੀ। ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੇ ਅਨੁਸਾਰ ਸਰਕਾਰ 17 ਸਤੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ ਦੇ ਮੌਕੇ ਤੇ ਕਈ ਨਵੀਆਂ ਸਿਹਤ ਪਹਿਲਕਦਮੀਆਂ ਦਾ ਉਦਘਾਟਨ ਕਰੇਗੀ।
ਇਨ੍ਹਾਂ ਦੇ ਵਿੱਚ 101 ਆਯੁਸ਼ਮਾਨ ਮੰਦਰ ਕੇਂਦਰਾਂ ਅਤੇ 5 ਨਵੇਂ ਹਸਪਤਾਲ ਬਲਾਕਾਂ ਦਾ ਉਦਘਾਟਨ ਸ਼ਾਮਲ ਹੈ। ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ शाह इन्हां सेहत पहल कदमियां दा उद्घाटन करेंगे। हमने अपने माननीय सांसद जी के निवेदन पे डेवलपमेंट के उनकी लोकसभा के कामों के रिव्यू के लिए ये बैठक बुलाई थी और अलग अलग विधानसभाओं में जो काम चल रहे हैं उन सब का रिव्यू लिया गया, सबका प्रोग्रेस रिपोर्ट तैयार किया गया और साथ ही आदरणीय प्रधानमंत्री जी के जन्मदिन के उपलक्ष्य में जो सेवा पखवाड़ा दिल्ली सरकार चलाने वाली है, 75 योजनाओं का जो शुभारंभ होगा उसमें सबकी सहभागिता रहे। 101 आरोग्य मंदिर जो दिल्ली में खुलेंगे वो हर एक विधानसभा में जहाँ जहाँ पे बने हैं माननीय विधायक उस आरोग्य मंदिर को अपने यहाँ चालू करवाएंगे। वहाँ पे जन स्वास्थ्य का शिविर लगवाएंगे और ब्लड डोनेशन कैंप भी उन सभी आरोग्य मंदिरों में लगाए जाएंगे। तो एक बड़ा ड्राइव दिल्ली में आदरणीय मोदी जी के जन्मदिवस के उपलक्ष्य में सेवा पखवाड़ा और विकास कार्यों की बहार दिल्ली में रहेगी। लगातार 24/7 दिल्ली सरकार काम कर रही है और सभी जनप्रतिनिधि, जिसे कहा जा रहा है कि ट्रिपल इंजन की सरकार, तो हमारे तीनों इंजन पूरे मुस्तैदी से दिल्ली में काम करने में लगे हैं। ਤੁਹਾਨੂੰ ਦੱਸਣਾ ਚਾਹਾਂਗੇ ਕਿ ਸੰਜੇ ਗਾਂਧੀ ਹਸਪਤਾਲ, ਆਚਾਰੀਆ ਭਿਕਸ਼ੂ ਹਸਪਤਾਲ, ਗੁਰੂ ਗੋਬਿੰਦ ਸਿੰਘ ਹਸਪਤਾਲ ਅਤੇ ਭਗਵਾਨ ਮਹਾਵੀਰ ਸ਼੍ਰੀ ਦਾਦਾ ਦੇਵ ਮੈਟਰਨਿਟੀ ਐਂਡ ਚਾਈਲਡ ਹਸਪਤਾਲ ਸਮੇਤ ਕੁੱਲ 5 ਹਸਪਤਾਲਾਂ ਦੇ ਨਵੇਂ ਬਣੇ ਬਲਾਕਾਂ ਦਾ ਉਦਘਾਟਨ ਕੀਤਾ ਜਾਏਗਾ। ਇਸ ਦੌਰਾਨ ਦਿੱਲੀ ਦੇ ਸਿਹਤ ਮੰਤਰੀ ਪੰਕਜ ਸਿੰਘ ਨੇ ਕਿਹਾ ਹੈ ਕਿ ਸਾਡੇ ਪਿਆਰੇ ਪ੍ਰਧਾਨ ਮੰਤਰੀ ਦੇ ਜਨਮ ਦਿਨ ਤੇ ਦਿੱਲੀ ਸਰਕਾਰ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਆਪਣੇ ਯਤਨਾਂ ਦੇ ਹਿੱਸੇ ਵਜੋਂ ਰਾਸ਼ਟਰੀ ਰਾਜਧਾਨੀ ਵਿੱਚ 101 ਨਵੇਂ ਆਯੁਸ਼ਮਾਨ ਮੰਦਰਾਂ ਅਤੇ 5 ਹਸਪਤਾਲਾਂ ਦੇ ਨਵੇਂ ਬਲਾਕਾਂ ਦਾ ਉਦਘਾਟਨ ਕਰੇਗੀ। ਦਿੱਲੀ ਦੇ ਵਿੱਚ ਬੰਬ ਧਮਕੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹੁਣ ਦਿੱਲੀ ਹਾਈ ਕੋਰਟ ਨੂੰ ਬੰਬ ਦੀ ਧਮਕੀ ਮਿਲੀ ਹੈ। ਇਸ ਤੋਂ ਬਾਅਦ ਵਕੀਲਾਂ ਤੇ ਜੱਜਾਂ ਵਿੱਚ ਹੜਕੰਪ ਮਚ ਗਿਆ ਅਤੇ ਪੂਰੀ ਅਦਾਲਤ ਅਚਾਨਕ ਹੀ ਉੱਠ ਖੜੀ ਹੋ ਗਈ। ਇਹ ਧਮਕੀ ਹਾਈ ਕੋਰਟ ਦੇ ਅਧਿਕਾਰਿਤ ਮੇਲ ਆਈਡੀ ਤੋਂ ਆਈ ਹੈ। दावा किया गया है कि पाकिस्तान दी ISI ਅਤੇ ਕੁਝ ਸਥਾਨਕ ਨੈਟਵਰਕ ਮਿਲ ਕੇ 1998 ਦੇ ਪੁਰਾਣੇ ਪਟਨਾ ਧਮਾਕੇ ਵਰਗੇ ਹਮਲੇ ਨੂੰ ਦੁਹਰਾਉਣ ਦੀ ਸਾਜ਼ਿਸ਼ ਰਚ ਰਹੇ ਨੇ। ਇਹ ਮੇਲ ਸ਼ਾਹ ਫੈਸਲ ਨਾਮ ਦੇ ਵਿਅਕਤੀ ਵੱਲੋਂ ਆਇਆ ਹੈ। ਇਸ ਦੇ ਨਾਲ ਹੀ ਮੇਲ ਵਿੱਚ DMK ਦੇ ਨੇਤਾਵਾਂ ਅਤੇ ਰਾਜਨੀਤਿਕ ਸਮੀਕਰਨਾਂ ਦਾ ਵੀ ਜ਼ਿਕਰ ਕੀਤਾ ਗਿਆ। ਮੇਲ ਦੇ ਅਨੁਸਾਰ ਪਾਰਟੀ ਦੇ ਵਾਰਸਾਂ ਨੂੰ ਰੋਕਣ ਅਤੇ ਭਾਜਪਾ RSS ਵਿਰੁੱਧ ਜੰਗ ਛੇੜਨ ਲਈ ਇੱਕ ਅਤਵਾਦੀ ਯੋਜਨਾ ਤਿਆਰ ਕੀਤੀ ਗਈ ਹੈ। ਮੇਲ ਦੇ ਵਿੱਚ ਇੱਕ ਮੋਬਾਈਲ ਨੰਬਰ ਅਤੇ IED ਨੂੰ ਨਕਾਰਾ ਕਰਨ ਦੇ ਵੇਰਵੇ भी लिखे गए ने। अभी एक कोई मेल सर्कुलेट हुई है जिसमें बतला रहे कि ISI से रिलेटेड कोई बंदा है, फैजल वगैरह कुछ नाम है उसका, करे कि तमिलनाडु से कोई उसकी लिंक है। इस तरह की मेल सर्कुलेट हुई है यहाँ पर कि भाई हाई कोर्ट में जो है बम का होगा, पवित्र फ्राइडे वगैरह, इस तरह की कुछ मेल आई है। कंटेंट्स उसका भी क्लियर नहीं हो पा रहा है कि क्या है। तो उसके बाद से सारे जज जो है अपना कुर्सी जो छोड़कर चैम्बर में गए हुए, फिर चैम्बर में उनको मैसेज आया, चीफ जस्टिस साहब के साथ उनकी बड़ी इंटेंसिव मीटिंग हो रही है, सारी चीज़ निगरानी हो रही है, प्रशासन भी यहाँ पर है, सारी चीज़ें हैं, पुलिस की गाड़ी आ चुकी है, बैम स्क्वाड की गाड़ी आ गई, सब लोग धीरे धीरे अब लंच का टाइम में निकलते चले जा रहे हैं और फिर हाई कोर्ट बतलाएगी कोर्ट कब रिज्यूम किया जा रहा है। यहाँ पर बहुत ज़्यादा जो है पैनिक स्थिति नहीं है, मैं ये बतलाना चाह रहा हूँ। ना कोई विस्फोट हुआ है, ना कोई कैजुअलिटी हुई है और प्रशासन अपना काम करिए, चेक करिए, देखते हैं कि क्या होता है। हम लोगों ने ऐसा नोटिस नहीं किया कि किसी के अंदर घबराहट है, स्मूथली लोग जा रहे हैं और बार भी जो है यहाँ पर एक्टिव है। बार के एग्जीक्यूटिव खासकर प्रेसिडेंट जो है मिस्टर हरिहरन, वो भी लोगों से कह रहे हैं कि भाई आप लोग प्रेमाइसेस को खाली कीजिए, खाली करा रही है, अपने आप लोग खाली कर रहे हैं। ऐसा नहीं है कि प्रशासन जबरदस्ती खाली करा रही है, कुछ करे, इस तरह की चीजें नहीं है। हम लोग कह नहीं सकते हैं कि धमकी एक असलियत है, ये तो प्रशासन का काम है और दिल्ली हाई कोर्ट के रजिस्ट्री का काम है। हम लोग अपना ओपिनियन इस पर नहीं दे सकते हैं। गाड़ी हमने देखा नहीं, लेकिन गाड़ी उनकी आ चुकी है। गाड़ी हम लोगों ने देखा है जरूर कि उनकी गाड़ी आई हुई है। ਜਿਵੇਂ ਹੀ ਇਹ ਧਮਕੀ ਭਰਿਆ ਈਮੇਲ ਆਇਆ, ਉੱਥੇ ਹਫੜਾ ਦਫੜੀ ਮਚ ਗਈ ਅਤੇ ਅਦਾਲਤ ਦੇ ਕੰਪਲੈਕਸ ਨੂੰ ਖਾਲੀ ਕਰਵਾਇਆ ਗਿਆ। ਵਕੀਲਾਂ ਤੇ ਜੱਜਾਂ ਨੂੰ ਬਾਹਰ ਕੱਢਿਆ ਗਿਆ। ਬੰਬ ਸੁਕੁਐਡ ਵੀ ਮੌਕੇ ਤੇ ਪਹੁੰਚ ਗਿਆ ਅਤੇ ਹੋਰ ਜਾਂਚ ਵੀ ਕੀਤੀ ਜਾ ਰਹੀ ਹੈ। ਸੋ ਵਕੀਲਾਂ ਦਾ ਕਹਿਣਾ ਹੈ ਕਿ ਇੱਥੇ ਕੋਈ ਘਬਰਾਹਟ ਨਹੀਂ ਹੈ।
ਬਾਲੀਵੁੱਡ ਅਦਾਕਾਰਾ ਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ। ਸੁਪਰੀਮ ਕੋਰਟ ਨੇ ਕੰਗਨਾ ਰਣੌਤ ਦੇ ਖਿਲਾਫ ਚੱਲ ਰਹੇ ਮਾਣਹਾਨੀ ਕੇਸ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਦਰਅਸਲ ਕੋਰਟ ਨੇ ਕੰਗਨਾ ਰਣੌਤ ਦੇ ਵੱਲੋਂ ਮਾਣਹਾਨੀ ਕੇਸ ਨੂੰ ਰੱਦ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ ਉਹਨਾਂ ਦੀ ਮਾਣਹਾਨੀ ਦੀ ਸ਼ਿਕਾਇਤ ਨੂੰ ਰੱਦ ਕਰਨ ਦੀ ਪਟੀਸ਼ਨ ਰੱਦ ਕਰ ਦਿੱਤੀ ਹੈ। ਸੁਪਰੀਮ ਕੋਰਟ ਵਿੱਚ ਕੰਗਨਾ ਰਣੌਤ ਦੇ ਵਕੀਲ ਨੇ ਦਲੀਲ ਦਿੱਤੀ ਸੀ ਕਿ ਉਹਨਾਂ ਸਿਰਫ ਇੱਕ ਟਵੀਟ ਨੂੰ ਰੀਟਵੀਟ ਕੀਤਾ ਸੀ। ਬਹੁਤ ਸਾਰੇ ਹੋਰ ਲੋਕਾਂ ਨੇ ਵੀ ਉਸ ਟਵੀਟ ਨੂੰ ਰੀਟਵੀਟ ਕੀਤਾ ਸੀ। ਇਸ ਦਲੀਲ ਦੇ ਜਵਾਬ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਹ ਸਿਰਫ ਰੀਟਵੀਟ ਨਹੀਂ ਸੀ, ਸਗੋਂ ਇਸ ਵਿੱਚ ਕੰਗਨਾ ਰਣੌਤ ਦੀ ਟਿੱਪਣੀ ਵੀ ਸ਼ਾਮਲ ਸੀ। ਇਹ ਮਾਮਲਾ ਟ੍ਰਾਇਲ ਦਾ ਹੈ, ਇਸ ਲਈ ਤੁਸੀਂ ਹੇਠਲੀ ਅਦਾਲਤ ਵਿੱਚ ਆਪਣੀ ਗੱਲ ਰੱਖੋ। ਉੱਥੋਂ ਫੈਸਲਾ ਆਉਣ ਤੋਂ ਬਾਅਦ ਹੀ ਮਾਮਲੇ ਨੂੰ ਅੱਗੇ ਵੇਖਿਆ ਜਾਏਗਾ। ਜੇਕਰ ਇਹ ਬੈਂਚ ਦੇ ਕੋਲ ਆਇਆ ਤਾਂ ਸੋ ਦੱਸਣਾ ਚਾਹਾਂਗੇ ਕਿ ਇਹ ਮਾਮਲਾ 2021 ਦਾ ਹੈ, ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ। ਉਸ ਸਮੇਂ ਦੌਰਾਨ ਕੰਗਨਾ ਨੇ ਟਵੀਟ ਕਰਕੇ ਬਠਿੰਡਾ ਦੇ ਬਹਾਦਰਗੜ੍ਹ ਜੰਡੀਆਂ ਪਿੰਡ ਦੀ ਰਹਿਣ ਵਾਲੀ 87 ਸਾਲਾ ਬਜ਼ੁਰਗ ਮਹਿਲਾ ਕਿਸਾਨ ਮਹਿੰਦਰ ਕੌਰ ਨੂੰ 100 ਰੁਪਏ ਲੈ ਕੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਵਾਲੀ ਔਰਤ ਕਿਹਾ ਸੀ। ਮਹਿੰਦਰ ਕੌਰ ਨੇ ਇਸ ਵਿਰੁੱਧ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ। ਕੰਗਨਾ ਨੇ ਕਿਹਾ ਕਿ ਉਸਨੇ ਸਿਰਫ ਵਕੀਲ ਦੀ ਪੋਸਟ ਦੁਬਾਰਾ ਪੋਸਟ ਕੀਤੀ ਸੀ। याद करवा देइए कि कंगना ने किसानां दे विरोध प्रदर्शन दौरान ट्वीट किया सी कि औरतां 100 रुपए विच किसानां दे विरोध प्रदर्शन विच शामिल होईयां। सो कंगना ने भी किसानां दे विरोध प्रदर्शन बारे एक पोस्ट ते भी टिप्पणी की सी। इस विच एक बजुर्ग औरत दी फोटो सी। अदाकारा ने लिखिया है कि यह ओही दादी है जिसनों टाइम्स मैगजीन विच भारत दी एक शक्तिशाली औरत होण लई प्रदर्शित किया गया सी। ओह 100 रुपए दे विच उपलब्ध है। सो कंगना ने ट्वीट तो बाद मਹਿੰਦਰ ਕੌਰ ਨੇ 4 जनवरी 2021 ਨੂੰ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਇਹ ਸੁਣਵਾਈ ਲਗਭਗ 13 ਮਹੀਨੇ ਚੱਲੀ, ਜਿਸ ਤੋਂ ਬਾਅਦ ਬਠਿੰਡਾ ਦੀ ਅਦਾਲਤ ਨੇ ਕੰਗਨਾ ਰਣੌਤ ਨੂੰ ਸੰਮਨ ਜਾਰੀ ਕਰਕੇ ਪੇਸ਼ ਹੋਣ ਦਾ ਹੁਕਮ ਦਿੱਤਾ। ਇਸ ਤੋਂ ਬਾਅਦ ਕੰਗਨਾ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਰਾਹਤ ਲਈ ਪਟੀਸ਼ਨ ਦਾਇਰ ਕੀਤੀ, ਜਿਸ ਨੂੰ ਹੁਣ ਰੱਦ ਕਰ ਦਿੱਤਾ ਗਿਆ। ਏਸ਼ੀਆ ਕੱਪ ਦੇ ਸ਼ੈਡਿਊਲ ਦੇ ਐਲਾਨ ਤੋਂ ਬਾਅਦ ਇਹ ਲਗਾਤਾਰ ਹੀ ਬਹਿਸ ਚੱਲ ਰਹੀ ਹੈ ਕਿ ਕੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਕ੍ਰਿਕਟ ਮੈਚ ਹੋਣਾ ਚਾਹੀਦਾ ਹੈ, ਖਾਸ ਕਰਕੇ ਪਹਿਲਗਾਮ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਤਣਾਅਪੂਰਨ ਰਾਜਨੀਤਿਕ ਸਬੰਧਾਂ ਨੂੰ ਵੇਖਦੇ ਹੋਏ। ਹਾਲਾਂਕਿ BCCI ਨੇ ਕਿਹਾ ਹੈ ਕਿ ਉਹ ਕੇਂਦਰ ਸਰਕਾਰ ਦੀ ਨੀਤੀ ਦੇ ਨਾਲ ਬੱਝਿਆ ਹੋਇਆ ਹੈ, ਜੋ ਬਹੁ ਰਾਸ਼ਟਰੀ ਟੂਰਨਾਮੈਂਟਾਂ ਵਿੱਚ ਹਿੱਸਾ ਲੈਣ ਦੀ ਆਗਿਆ ਦਿੰਦੀ ਹੈ, ਪਰ ਪਾਕਿਸਤਾਨ ਨਾਲ ਦੁਵੱਲੀ ਲੜੀ ਤੇ ਪਾਬੰਦੀ ਲਗਾਉਂਦੀ ਹੈ। ਭਾਰਤ ਅਤੇ ਪਾਕਿਸਤਾਨ ਨੇ ਆਖਰੀ ਵਾਰ 2012-13 ਵਿੱਚ ਦੁਵੱਲੀ ਲੜੀ ਖੇਡੀ ਸੀ। ਦਰਅਸਲ ਕੁਝ ਲੋਕਾਂ ਨੇ ਇਸ ਮੈਚ ਨੂੰ ਰੋਕਣ ਦੇ ਲਈ ਸੁਪਰੀਮ ਕੋਰਟ ਤੱਕ ਵੀ ਪਹੁੰਚ ਕੀਤੀ, ਜਿੱਥੇ ਅਦਾਲਤ ਨੇ ਉਹਨਾਂ ਦੀ ਪਟੀਸ਼ਨ ਤੇ ਜਲਦੀ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ, ਇਹ ਕਹਿੰਦੇ ਹੋਏ ਕਿ ਇਹ ਸਿਰਫ ਇੱਕ ਮੈਚ ਹੈ, ਇਸ ਨੂੰ ਹੋਣ ਦਿਓ। ਦੂਸਰੇ ਪਾਸੇ ਸ਼ਿਵ ਸੈਨਾ UBT ਨੇਤਾ ਸੰਜੇ ਰਾਉਤ ਨੇ ਵੀ ਐਲਾਨ ਕੀਤਾ ਕਿ ਉਹਨਾਂ ਦੀ ਪਾਰਟੀ ਮੈਚ ਵਾਲੇ ਦਿਨ ਸੜਕਾਂ ਤੇ ਉਤਰੇਗੀ ਅਤੇ ਵਿਰੋਧ ਪ੍ਰਦਰਸ਼ਨ ਕਰੇਗੀ। ਹੁਣ ਸਾਬਕਾ ਭਾਰਤੀ ਕਪਤਾਨ ਅਤੇ ਵਿਸ਼ਵ ਕੱਪ ਜੇਤੂ ਕਪਿਲ ਦੇਵ ਨੇ ਇਸ ਮਾਮਲੇ ਤੇ ਆਪਣੀ ਰਾਏ ਦਿੱਤੀ ਹੈ ਅਤੇ ਲੋਕਾਂ ਨੂੰ ਇਸ ਨੂੰ ਵੱਡਾ ਮੁੱਦਾ ਨਾ ਬਣਾਉਣ ਦੀ ਅਪੀਲ ਕੀਤੀ ਹੈ। अच्छी टीम है, गुड लक, बड़ा अच्छा मैच जीते। उम्मीद करते हैं कि ट्रॉफी जीत के आएंगे। सिर्फ जाओ और जीत के आओ। जिनका काम खेलना है वो बस खेले, बाकी कुछ कहने की जरूरत नहीं है। उसको बड़ा मुद्दा ना बनाओ। गवर्नमेंट अपना काम करेगी, प्लेयरों ने अपना काम करना है। अभी पता नहीं, होने दो। अभी तो मेरे को इतना कुछ अनुमान नहीं है। मैं तो इस टूर्नामेंट के लिए आया था और जानना चाह रहा था चंडीगढ़ में क्रिकेट की क्या ग्रोथ हो रही है, कैसे हो रही है, वो ज्यादा इम्पोर्टेंट है। ਤੁਹਾਨੂੰ ਦੱਸ ਦਈਏ ਕਿ ਭਾਰਤ 9 ਸਤੰਬਰ ਤੋਂ ਸ਼ੁਰੂ ਹੋ ਰਹੇ ਏਸ਼ੀਆ ਕੱਪ ਦੇ 17ਵੇਂ ਐਡੀਸ਼ਨ ਦਾ ਅਧਿਕਾਰਤ ਮੇਜ਼ਬਾਨ ਹੈ। ਹਾਲਾਂਕਿ ਦੋਵਾਂ ਗੁਆਂਢੀ ਦੇਸ਼ਾਂ ਵਿਚਕਾਰ ਚੱਲ ਰਹੇ ਤਣਾਅ ਕਾਰਨ ਦੋਵੇਂ ਟੀਮਾਂ ਇੱਕ ਦੂਸਰੇ ਦੀ ਧਰਤੀ ਤੇ ਖੇਡਣ ਤੋਂ ਬਚ ਰਹੀਆਂ ਨੇ। ਨਤੀਜੇ ਵਜੋਂ ਇਹ ਟੂਰਨਾਮੈਂਟ ਸੰਯੁਕਤ ਅਰਬ ਅਮੀਰਾਤ ਵਿੱਚ ਹੋ ਰਿਹਾ ਹੈ, ਜਿਸ ਦੇ ਮੇਜ਼ਬਾਨ ਸ਼ਹਿਰ ਦੁਬਈ ਅਤੇ ਅਬੂ ਧਾਬੀ ਨੇ। ਸੋ ਇਹ ਸਨ ਪੰਜਾਬ ਨਿਊਜ਼ ਦੀਆਂ ਅਹਿਮ ਖਬਰਾਂ। ਇਸ ਦੇ ਨਾਲ ਤੁਸੀਂ ਮੈਨੂੰ ਆ ਗਿਆ। ਧੰਨਵਾਦ।